ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਸ ਰੀਡਿੰਗ ਦੀ। ਠੀਕ ਆ, ਤਾਂ ਰੀਡਿੰਗ ਵਿੱਚ ਜਿਹੜੇ ਆਪਣੇ ਕੋਲ ਕਾਫੀ ਤਰ੍ਹਾਂ ਦੇ ਜਿਹੜੇ ਸੈਕਸ਼ਨ ਹੁੰਦੇ ਆ, ਲਾਈਕ ਜਿੱਦਾਂ ਟਰੂ ਫਾਲਸ, ਨਾਟ ਗਿਵਨ, ਯੈਸ ਨੋ, ਲਿਸਟ ਆਫ ਹੈਡਿੰਗਸ, ਠੀਕ ਆ, ਮੈਚਿੰਗ ਦਾ ਪੀਪਲ, ਫਿਲ ਇਨ ਦੀ ਬਲੈਂਕਸ, ਹੈ ਨਾ, MCQ। ਤਾਂ ਅੱਜ ਜਿਹੜਾ ਆਪਾਂ ਸੈਕਸ਼ਨ ਕਰਨਾ ਹੈਗਾ ਗਾ ਉਹ ਹੈਗਾ ਗਾ, ਠੀਕ ਆ, ਟਰੂ ਫਾਲਸ, ਨਾਟ ਗਿਵਨ, ਯੈਸ ਨੋ। ਠੀਕ ਆ, ਤਾਂ ਇਹ ਸੇਮ ਹੀ ਹੁੰਦੇ ਆ, ਬਟ ਜਸਟ ਥੋੜ੍ਹਾ ਜਿਹਾ ਫਰਕ ਹੁੰਦਾ ਇਹਦੇ ਵਿੱਚ ਇਹੀ ਕਿ ਬਸ ਆਪਾਂ ਇੰਸਟਰਕਸ਼ਨ ਦਾ ਧਿਆਨ ਰੱਖਣਾ ਹੁੰਦਾ। ਠੀਕ ਆ, ਕਿ ਆਪਣੇ ਕੋਲ ਟਰੂ ਆ ਤਾਂ ਆਪਾਂ ਟਰੂ ਲਗਾਵਾਂਗੇ, ਠੀਕ ਆ, ਜੇ ਯੈਸ ਆ ਤਾਂ ਯੈਸ ਲਗਾਵਾਂਗੇ। ਤਾਂ ਅੱਜ ਆਪਾਂ ਟਿਪਸ ਐਂਡ ਟ੍ਰਿਕਸ ਦੀ ਗੱਲ ਕਰਨੀ ਹੈਗੀ ਕਿ ਤੁਸੀਂ ਜਿਹੜੀ ਐਕੂਰੇਸੀ ਕਿੱਦਾਂ ਮੇਨਟੇਨ ਕਰ ਸਕਦੇ ਆ। ਆਪਾਂ ਰੀਡਿੰਗ ਦੇ ਵਿੱਚ ਮੇਨਲੀ ਦੋ ਚੀਜ਼ਾਂ 'ਤੇ ਧਿਆਨ ਦੇਣੇ ਹੁੰਦੇ ਆ। ਠੀਕ ਆ, ਫਸਟ ਆਫ ਆਲ ਕੀ ਹੁੰਦਾ ਆਪਣੇ ਕੋਲ ਐਕੂਰੇਸੀ, ਠੀਕ ਆ, ਤਾਂ ਸੈਕੰਡਲੀ ਆਪਣੇ ਕੋਲ ਕੀ ਹੁੰਦਾ ਗਾ ਟਾਈਮ ਮੈਨੇਜਮੈਂਟ। ਠੀਕ ਆ, ਜਿਹੜੇ ਸਟੂਡੈਂਟ ਫਸਟਲੀ ਜਿਹੜਾ ਟਾਈਮ ਮੈਨੇਜਮੈਂਟ ਨੂੰ ਲੈ ਕੇ ਚੱਲਦੇ ਹੈਗੇ ਆ ਉਹਨਾਂ ਦੇ ਸਕੋਰ ਜਿਹੜੇ ਘੱਟ ਜਾਂਦੇ ਹੈਗੇ ਆ। ਠੀਕ ਆ, ਕਿਉਂਕਿ ਆਪਣੇ ਕੋਲ ਜਦੋਂ ਤੁਸੀਂ ਟਾਈਮ 'ਤੇ ਇਕੱਲਾ ਧਿਆਨ ਦਿੰਦੇ ਆ ਤਾਂ ਐਕੂਰੇਸੀ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਹੈਗੀ ਆ। ਠੀਕ ਆ, ਲਾਈਕ ਹੁਣ ਆਪਣੇ ਕੋਲ ਇਹ ਹੁੰਦਾ ਕਿ ਕਾਫੀ ਸਟੂਡੈਂਟਸ ਜਿਹੜੇ ਹੈਗੇ ਆ ਕਿ 1 ਆਰ ਦੇ ਵਿੱਚ 40 ਦੇ 40 ਕੁਐਸਚਨ ਜਿਹੜੇ ਹੈਗੇ ਆ ਸੋਲਵ ਕਰ ਲੈਂਦੇ ਆ, ਬਟ ਜਦੋਂ ਚੈੱਕ ਕਰਦੇ ਆ ਤਾਂ ਐਕਚੁਅਲ 'ਚ ਉਦੋਂ ਪਤਾ ਚੱਲਦਾ ਹੈਗਾ ਕਿ ਐਕੂਰੇਟ ਕਿੰਨੇ ਹੈਗੇ ਆ। ਠੀਕ ਆ, ਤਾਂ ਤੁਸੀਂ ਫਸਟ ਪ੍ਰੈਫਰੈਂਸ ਆਪਣੀ ਹਮੇਸ਼ਾ ਜਿਹੜੀ ਰੀਡਿੰਗ ਆ ਉਹਦੇ ਵਿੱਚ ਐਕੂਰੇਸੀ ਨਹੀਂ ਦਿਓ। ਜਦੋਂ ਤੁਹਾਡੀ ਐਕੂਰੇਸੀ ਆਉਣ ਲੱਗ ਗਈ 100%, ਦੈਨ ਤੁਹਾਡਾ ਜਿਹੜਾ ਟਾਈਮ ਮੈਨੇਜ ਆ ਆਪੇ ਹੀ ਹੋਣ ਲੱਗ ਜਾਣਾ ਹੈਗਾ। ਠੀਕ ਆ, ਜੇ ਹੁਣ ਇੱਦਾਂ ਵੀ ਆਪਣੇ ਕੋਲ ਇੱਕ ਹਿਸਾਬ ਇਹ ਵੀ ਆ ਕਿ ਜੇ ਆਪਾਂ ਗੱਲ ਕਰੀਏ, ਦੇਖੋ ਆਪਣੇ ਕੋਲ ਜਿਹੜੇ ਕੁਐਸਚਨ ਹੈਗੇ ਆ 40 ਕੁਐਸਚਨ ਆ। ਠੀਕ ਆ, 1 ਆਰ ਆਪਣੇ ਕੋਲ ਹੈਗਾ ਗਾ, ਲਾਈਕ ਆਪਾਂ ਕਰਨੇ 40 ਆ, ਤੁਹਾਡੇ ਤੋਂ ਹੋਏ 30। ਠੀਕ ਆ, ਮਤਲਬ 1 ਘੰਟਾ ਸੀਗਾ ਅਤੇ ਬਟ ਤੁਸੀਂ 30 ਕੁਐਸਚਨ ਜਿਹੜੇ ਸੋਲਵ ਕਰ ਪਾਏ, ਹੈ ਨਾ। ਐਕੂਰੇਸੀ ਤੁਹਾਡੀ ਇੰਨੀ ਹੈਗੀ ਆ, ਠੀਕ ਆ, ਕਿ ਜਿਹੜੇ ਤੁਸੀਂ 30 ਕੀਤੇ ਆ ਉਹਦੇ ਵਿੱਚੋਂ 28 27 ਜਿਹੜੇ ਐਕੂਰੇਟ ਚਲੇ ਗਏ। ਠੀਕ ਆ, ਮਤਲਬ ਐਕੂਰੇਸੀ ਨੂੰ ਤੁਸੀਂ ਫਸਟ ਪ੍ਰੈਫਰੈਂਸ ਦਿੱਤੀ ਸੀ, ਐਕੂਰੇਸੀ ਤੁਹਾਡੀ ਹੈਗੀ ਹੈ, ਚਾਹੇ ਟਾਈਮ ਨਹੀਂ ਤੁਹਾਡੇ ਤੋਂ ਮੈਨੇਜ ਹੋ ਰਿਹਾ। 1 ਘੰਟੇ ਦੇ ਵਿੱਚ ਤੁਸੀਂ ਜਿਹੜੇ 30 ਅਟੈਂਪਟ ਕੀਤੇ ਉਹਦੇ ਵਿੱਚ ਚਲੋ ਆਪਣੇ ਕੋਲ 27 ਜਿਹੜੇ ਸਹੀ ਚਲੇ ਗਏ, ਹੈ ਨਾ। ਤਾਂ ਉਸ ਤੋਂ ਬਾਅਦ 10 ਬਚੇ ਆਪਣੇ ਕੋਲ। ਕੋਈ ਵੀ ਸਟੂਡੈਂਟ ਜਿਹੜਾ ਹੈ ਨਾ ਆਪਣੀ ਇੰਨੀ ਫੀਸ ਐਗਜ਼ਾਮ 'ਚ ਭਰ ਕੇ ਕਦੀ ਵੀ ਖਾਲੀ ਤਾਂ ਬਿਲਕੁਲ ਨਹੀਂ ਛੱਡ ਕੇ ਆਉਂਦਾ ਹੈਗਾ, ਹੈ ਨਾ। ਸਾਰੇ ਬੱਚੇ ਕੋਸ਼ਿਸ਼ ਕਰਦੇ ਕਿ ਭਰ ਦੇਈਏ। ਜੇ ਲਾਸਟ 'ਤੇ ਆਪਣੇ ਕੋਲ ਟਰੂ ਫਾਲਸ ਵੀ ਆ, ਮੰਨ ਲਓ ਹੁੰਦਾ ਨਹੀਂ ਆਪਣੇ ਕੋਲ 10 ਕੁਐਸਚਨ ਨਹੀਂ ਟਰੂ ਫਾਲਸ ਹੋ ਸਕਦੇ, ਮਤਲਬ 5 ਹੋ ਸਕਦੇ, 6 ਹੋ ਸਕਦੇ। ਆਪਾਂ ਜਸਟ ਇੱਕ ਐਗਜ਼ਾਮਪਲ ਲੈਣੀ ਆ, ਲਾਈਕ 30 ਕੀਤੇ ਸੀਗੇ, ਉਸ ਤੋਂ ਬਾਅਦ 10 ਰਹਿ ਗਏ ਆਪਣੇ ਕੋਲ ਟਰੂ ਫਾਲਸ ਮੰਨ ਲਓ, ਹੈ ਨਾ। ਤਾਂ 10 ਦੇ ਵਿੱਚੋਂ ਤੁਸੀਂ ਕੀ ਕੀਤਾ, ਮਤਲਬ ਸਾਰਿਆਂ ਨੂੰ ਟਰੂ ਲਗਾਤਾ ਮੰਨ ਲਓ, ਹੈ ਨਾ। ਤੁੱਕਾ ਦੱਸ ਰਹੀ ਹਾਂ ਵੀ ਤੁੱਕਾ ਕਿੱਦਾਂ ਲਗਾਉਂਦੇ। ਤੁੱਕਾ ਆਪਣਾ ਫੁੱਲ ਰੀਡਿੰਗ ਦੇ ਵਿੱਚ ਕੰਮ ਨਹੀਂ ਕਰਦਾ ਹੁੰਦਾ ਗਾ। ਠੀਕ ਆ, ਕਿਉਂਕਿ ਇਹ ਵੀ ਹੋ ਸਕਦਾ, ਕਿਉਂਕਿ ਕਾਫੀ ਬੱਚੇ ਇਹ ਕਹਿੰਦੇ ਹੈਗੇ ਆ ਕਿ ਕੁਛ ਮੈਮ ਵਰਡਸ ਦੱਸ ਦਿਓ ਜਿਹਦੇ ਨਾਲ ਸਾਨੂੰ ਪਤਾ ਲੱਗ ਜੇ, ਹੈ ਨਾ, ਕਿ ਇਹ ਟਰੂ ਹੀ ਆ, ਇਹ ਫਾਲਸ ਆ, ਇਹ ਨਾਟ ਗਿਵਨ, ਹੈ ਨਾ। ਇੱਦਾਂ ਨਹੀਂ ਕੁਛ ਵੀ ਹੁੰਦਾ, ਕਿਉਂਕਿ ਇੱਦਾਂ ਹੁੰਦਾ ਆਪਣੇ ਕੋਲ ਹੁਣ ਦੇਖੋ ਤੁਸੀਂ ਡੇਲੀ ਬੇਸਿਸ 'ਤੇ ਰੀਡਿੰਗ ਕਰ ਰਹੇ ਆ, ਤਾਂ ਉਹ ਤੁਹਾਡਾ ਜਦੋਂ ਵੀ ਤੁਸੀਂ ਰੀਡਿੰਗ ਕਰਦੇ ਹੈਗੇ ਆ ਤਾਂ ਮਤਲਬ ਕਿ ਤੁੱਕਾ ਤੁਹਾਡਾ ਚੱਲੀ ਜਾ ਰਿਹਾ, ਬਟ ਉਹਦੀ ਨੀਡ ਕਿੱਥੇ ਆ, ਤੁੱਕਾ ਤੁਹਾਡੇ ਚੱਲਣ ਦੀ ਨੀਡ ਕਿੱਥੇ ਆ, ਐਗਜ਼ਾਮ ਵਾਲੇ ਦਿਨ। ਠੀਕ ਆ, ਜੇ ਉਸ ਦਿਨ ਹੀ ਨਾ ਚੱਲਿਆ, ਹੈ ਨਾ, ਤੁਹਾਡੇ ਸਕੋਰ ਘੱਟ ਗਏ ਤਾਂ ਉਹ ਫਿਰ ਕੀ ਫਾਇਦਾ, ਹੈ ਨਾ, ਇੱਦਾਂ ਦੀ ਪ੍ਰੈਪਰੇਸ਼ਨ ਦਾ। ਤਾਂ ਇਸ ਲਈ ਤੁੱਕਾ ਇੱਦਾਂ ਲੱਗਦਾ ਹੁੰਦਾ, ਲਾਈਕ ਜਿੱਦਾਂ ਹੁਣ ਤੁਹਾਡੀ ਮਤਲਬ ਐਕੂਰੇਸੀ ਕਾਫੀ ਹੈਗੀ ਹੈ 27, ਤੁਹਾਡੇ 30 ਸਹੀ, 10 ਮਗਰ ਜਿਹੜੇ ਰਹਿ ਗਏ ਨਾ ਉਹਨਾਂ ਨੂੰ ਤੁਸੀਂ ਤੁੱਕਾ ਲਗਾ ਸਕਦੇ ਆ, ਵੀ ਇਹ ਸੋਚ ਕੇ ਵੀ ਬਾਈ ਚਾਂਸ ਮੇਰੇ ਤੁੱਕੇ ਦੇ ਵਿੱਚੋਂ 50% ਚਲੇ ਗਏ, ਚਾਹੇ 30% ਐਕੂਰੇਟ ਚਲੇ ਗਏ, ਤਾਂ ਵੀ ਮੇਰੀ ਰਿਕੁਆਇਰਮੈਂਟ ਕੰਪਲੀਟ ਹੋ ਜਾਵੇ। ਠੀਕ ਆ, ਲਾਈਕ ਹੁਣ ਤੁਸੀਂ ਇਹਨਾਂ 30 ਦੇ ਵਿੱਚ ਜਿਹੜੇ ਤੁਸੀਂ 30 ਸੋਲਵ ਕੀਤੇ ਹੈਗੇ ਆ, ਤੁਹਾਨੂੰ ਇਹ ਹੋਣਾ ਚਾਹੀਦਾ ਕਿ ਮੇਰੀ ਜਿਹੜੀ ਰਿਕੁਆਇਰਮੈਂਟ ਹੈ ਇਹ 'ਚ ਕੰਪਲੀਟ ਹੋ ਜਾਵੇ। ਤੁੱਕਾ ਲੱਗ ਗਿਆ ਤਾਂ ਹੈ ਨਾ, ਮਤਲਬ ਕਿ ਜਿਹੜੀ ਮਤਲਬ ਤੁਹਾਡੇ ਸਕੋਰ ਜਿਹੜੇ ਵਧੀਆ ਆ ਜਾਣਗੇ, ਤਾਂ ਬਾਕੀ ਤੁਹਾਡੀ ਰਿਕੁਆਇਰਮੈਂਟ ਇੰਨੇ 'ਚ ਕੰਪਲੀਟ ਹੋਣੀ ਚਾਹੀਦੀ ਆ। ਤਾਂ ਆਪਣੇ ਕੋਲ ਜਿਹੜੇ 10 ਕੁਐਸਚਨ ਆ ਤੁਸੀਂ ਸਭ ਦੇ ਟਰੂ ਲਾਤੇ। ਦੇਖੋ ਜੇ 10 ਆਪਣੇ ਕੋਲ ਟਰੂ ਫਾਲਸ ਆ ਤਾਂ ਜੋ 5 ਤਾਂ ਟਰੂ ਹੋਣਗੇ ਨਾ, 5 ਨਹੀਂ 4 ਤਾਂ ਟਰੂ ਹੋਣਗੇ ਨਾ, 4 ਉਹ ਹੋ ਗਏ, ਹੈ ਨਾ। ਤਾਂ ਆਪਣੇ ਕੋਲ 27 ਪਹਿਲਾਂ ਆਪਣੇ ਸੀਗੇ। ਠੀਕ ਆ, ਅਤੇ ਹੁਣ ਆਪਣੇ ਕੋਲ ਜਿਹੜੇ 30+ ਸਹੀ ਹੋ ਗਏ ਤਾਂ ਉਹ ਫਿਰ 7 ਆਪਣੇ ਜਿਹੜੇ ਰੀਡਿੰਗ 'ਚੋਂ ਆਰਾਮ ਨਾਲ ਬਣ ਜਾਂਦੇ ਹੈਗੇ। ਠੀਕ ਆ, ਤਾਂ ਇਸ ਤਰੀਕੇ ਨਾਲ ਤੁੱਕਾ ਲਾਇਆ ਕਰੋ। ਉਂਝ ਸਾਰੀ ਰੀਡਿੰਗ ਤੁੱਕੇ 'ਤੇ ਨਹੀਂ ਬੇਸਡ ਹੁੰਦੀ, ਰੀਡਿੰਗ ਜਿਹੜੀ ਟਿਪਸ ਐਂਡ ਟ੍ਰਿਕਸ 'ਤੇ ਬੇਸਡ ਹੁੰਦੀ ਆ। ਪਲੀਜ਼ ਟਿਪਸ ਐਂਡ ਟ੍ਰਿਕਸ ਫੋਲੋ ਕਰੋ, ਨਾ ਕਿ ਤੁੱਕਾ। ਠੀਕ ਆ, ਕਿਉਂਕਿ ਤੁੱਕਾ ਆਪਣਾ ਨਹੀਂ ਚੱਲਦਾ ਹੁੰਦਾ ਗਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੀ ਜਿਹੜੀ ਕੁਐਸਚਨ ਆਪਣੇ ਕੋਲ ਕੀ ਕਹਿੰਦੇ ਆ। ਠੀਕ ਆ, ਤਾਂ ਆਪਣੇ ਕੋਲ ਜਿਹੜੀ ਅੱਜ ਹੈਗੀ ਆ ਟਰੂ ਫਾਲਸ। ਪਹਿਲਾਂ ਤਾਂ ਮੇਨਲੀ ਮੈਂ ਥੋੜ੍ਹਾ ਜਿਹਾ ਤੁਹਾਨੂੰ ਟਰੂ ਫਾਲਸ ਨਾਟ ਗਿਵਨ ਬਾਰੇ ਦੱਸੂਗੀ ਵੀ ਹੁੰਦਾ ਕੀ ਆ। ਠੀਕ ਆ, ਫਿਰ ਆਪਾਂ ਸਟਾਰਟ ਕਰਦੇ ਹਾਂ। ਦੇਖੋ ਟਰੂ ਕੀ ਆਪਣੇ ਕੋਲ ਸਭ ਨੂੰ ਪਤਾ ਟਰੂ ਕੀ ਹੁੰਦਾ ਹੈਗਾ, ਆਪਾਂ ਨੂੰ ਉਹਨਾਂ ਨੇ ਦੱਸਿਆ ਵੀ ਆ। ਦੇਖੋ ਐਗਜ਼ਾਮ ਦੇ ਵਿੱਚ ਵੀ ਸਪੈਸ਼ਲ ਤੁਹਾਨੂੰ ਜਿਹੜੀ ਇੰਸਟਰਕਸ਼ਨ ਦਿੱਤੀ ਗਈ ਹੁੰਦੀ ਵੀ ਟਰੂ ਕਿਹੜਾ ਹੈਗਾ, ਫਾਲਸ ਕਿਹੜਾ, ਨਾਟ ਗਿਵਨ ਕਿਹੜਾ। ਦੇਖੋ ਇਫ ਦਾ ਸਟੇਟਮੈਂਟ ਐਗਰੀਜ਼ ਵਿਦ ਦਾ ਇਨਫੋਰਮੇਸ਼ਨ। ਠੀਕ ਆ, ਜਿਹੜੀ ਇਨਫੋਰਮੇਸ਼ਨ ਤੁਹਾਨੂੰ ਪੈਸੇਜ ਦੇ ਵਿੱਚ ਮਿਲੀ ਹੈ ਸੇਮ ਆਪਣੀ ਸਟੇਟਮੈਂਟ ਕਹਿ ਰਹੀ ਆ, ਤਾਂ ਸੇਮ ਗੱਲ ਹੋ ਰਹੀ ਹੈ ਦੋਨਾਂ ਚੀਜ਼ਾਂ ਦੇ ਵਿੱਚ, ਤਾਂ ਟਰੂ ਆ ਗਿਆ। ਫਾਲਸ ਦਾ ਇਹ ਤਾਂ ਉਲਟ ਹੁੰਦਾ ਜੇ ਕੌਂਟਰਾਡਿਕਟ ਕਰ ਗਈ, ਲਾਈਕ ਸਟੇਟਮੈਂਟ ਕੁਛ ਹੋਰ ਦੱਸ ਰਹੀ ਹੈ, ਤੁਹਾਨੂੰ ਇਨਫੋਰਮੇਸ਼ਨ ਕੁਛ ਹੋਰ ਦੱਸ ਰਹੀ ਹੈ। ਠੀਕ ਆ, ਇਹ ਹੋ ਗਿਆ ਫਾਲਸ। ਹੁਣ ਸਟੂਡੈਂਟ ਜਿਹੜੇ ਕਾਹਤੋਂ ਜ਼ਿਆਦਾ ਕਨਫਿਊਜ਼ ਹੁੰਦੇ ਹੈਗੇ ਨਾਟ ਗਿਵਨ ਦੇ ਵਿੱਚ। ਨਾਟ ਗਿਵਨ ਕੀ ਆ, 2 ਤਰੀਕੇ ਨਾਲ ਨਾਟ ਗਿਵਨ ਆਉਂਦਾ ਹੁੰਦਾ,
ध्यान नाल सुन लो। एक नॉट गिवन इस तरीके नाल हुंदा कि तुहानूं कोई वर्ड नहीं, कीवर्ड नहीं मिलिया, ठीक है, पैसेज दे विच उहदे नाल इन्फॉर्मेशन नहीं मिली, कोई स्टेटमेंट नहीं, तुहाडे कुछ भी नहीं मिलिया, ठीक है, वो हो गया नॉट गिवन। वो तो पक्का ही भी जदों मिलिया ही नहीं कुछ, नॉट गिवन हो गया। एक नॉट गिवन अपना इस तरीके नाल आउंदा हुंदा कि आपां नूं जिहड़ी लोकेशन ट्रेस हो जाती है, ठीक है, लाइक जिहड़ी आपां नूं स्टेटमेंट दित्ती हुंदी ਉਹਦੇ कीवर्ड्स, आपां कीवर्ड्स नाल लोकेशन ट्रेस करदे हां, अपनी लोकेशन हो जाती हैगी, मिल जाती है आपां नूं, बट जिहड़ी इन्फॉर्मेशन आ ਉਹ ਵਿੱਚ नहीं दित्ती हुंदी। आपां नूं इत्थे दस्सिਆ इफ देयर इज़ नो इन्फॉर्मेशन, ਇਹ ਤਾਂ नहीं दस्सिਆ कि नो लोकेशन, जे लोकेशन नहीं हैगी, क्योंकि लोकेशन नॉट गिवन ਦੀ ਕਾਫੀ टाइम मिलती आ। ਆਪਣੇ ਕੋਲ ਜਿਹੜਾ ਫਸਟ ਪੈਸੇਜ ਹੁੰਦਾ ਉਹਦੇ ਵਿੱਚ ਚਾਂਸ ਹੁੰਦੇ ਹੈਗੇ ਆ ਕਿ ਤੁਹਾਨੂੰ ਜਿਹੜੀ ਮਤਲਬ ਕਿ ਉੱਦਾਂ ਦਾ ਨੋਟ ਗਿਵਨ ਹੋਊਗਾ ਕਿ ਕੁਝ ਵੀ ਨਹੀਂ ਮਿਲਦਾ, ਚਾਂਸ ਕਹਿ ਰਹੀ ਹਾਂ, ਠੀਕ ਆ, ਪੱਕਾ ਨਹੀਂਗਾ। ਬਟ ਜੇ ਆਪਣੇ ਕੋਲੇ ਸੈਕਿੰਡ ਥਰਡ ਪੈਸੇਜ ਦੀ ਗੱਲ ਕਰੀਏ, ਮੋਸਟ ਆਫ ਦਾ ਟਾਈਮ ਉਹਦੇ ਵਿੱਚ ਜਿਹੜਾ ਨੋਟ ਗਿਵਨ ਇਸੇ ਤਰੀਕੇ ਨਾਲ ਆਉਂਦਾ ਕਿ ਤੁਹਾਨੂੰ ਲੋਕੇਸ਼ਨ ਟਰੇਸ ਹੋ ਜਾਂਦੀ, ਇਨਫੋਰਮੇਸ਼ਨ ਨਹੀਂ ਮਿਲਦੀ, ਬਟ ਤੁਸੀਂ ਕੀ ਕਰਦੇ ਹੋ ਉੱਥੇ ਫਾਲਸ ਲਗਾ ਦਿੰਦੇ ਆ ਜਦੋਂ ਤੁਹਾਨੂੰ ਮਤਲਬ ਲੋਕੇਸ਼ਨ ਮਿਲ ਜਾਂਦੀ, ਤੁਸੀਂ ਕਹਿੰਦੇ ਕਿਤੇ ਕੌਂਟਰੈਕਟ, ਬਟ ਪਲੀਜ਼ ਉਹਨੂੰ ਚੰਗੀ ਤਰ੍ਹਾਂ ਪੜ੍ਹਿਆ ਕਰੋ, ਠੀਕ ਹੈ, ਕਿ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਦਿੱਤੀ ਆ ਲੋਕੇਸ਼ਨ ਤਾਂ ਟਰੇਸ ਹੋ ਹੀ ਜਾਣੀ ਆ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਆ फस्ट क्वेश्चन दी। तो अपने को पहला क्वेश्चन की कह रहा, देर इज़ सम डाउट अबाउट वट काउज द मैरी रोज टू शिंक, ठीक है। तो की कह रहे हो, कहते कुछ जोड़े डाउट हैगे आ, जे पूरा नहीं पढ़िया जाता ना, पहला स्टेटमेंट चंगी तरह समझो, जो थोड़ा स्टेटमेंट नहीं ना तुसी एकदम मतलब रीडिंग लई है ना, स्टेटमेंट देखी दैन तुसी चले गए, वो ध्यान नहीं तुसी दे थोड़ा फिर दोबारा मुड़ के आना पैंदा कि मैं क्वेश्चन की फाइंड कर रहा सी, पहले एक बार तसल्ली नाल देख लो कि मैं फाइंड की करना पैसे दे विच, ठीक है। वो कहते कुछ डाउट आ कि ਜਿਹੜੇ ਮੈਰੀ ਰੋਜ਼ ਸੀਗੀ ਹੈ ਨਾ, ਉਹ ਮਤਲਬ ਕਿ ਸਿੰਕ ਕਿਉਂ ਹੋਈ, ਠੀਕ ਆ। ਮੈਰੀ ਰੋਜ਼ ਕੋਈ ਚੀਜ਼ ਹੈਗੀ ਹੈ ਜਿਹੜੀ ਡੁੱਬ ਗਈ ਆ, ਠੀਕ ਆ, ਸਿੰਕ ਹੁੰਦਾ, ਡੁੱਬ ਗਈ, ਆਪਾਂ ਨੂੰ ਪਤਾ। ਹੁਣ ਮੈਰੀ ਰੋਜ਼ ਬਾਰੇ ਆਪਾਂ ਨੂੰ ਕੁਛ ਨਹੀਂ ਪਤਾ, ਕੋਈ ਇਹ ਟੌਪਿਕ ਹਿਸਟਰੀ ਦਾ ਹੋਵੇ, ਕੋਈ ਸਾਇੰਸ ਦਾ ਹੋਵੇ, ਆਪਾਂ ਨੂੰ ਜਦੋਂ ਇਹਦੇ ਬਾਰੇ ਪਤਾ ਨਹੀਂ, ਆਪਾਂ ਪਹਿਲਾਂ ਨਹੀਂ ਪੜ੍ਹਿਆ, ਠੀਕ ਆ। ਹੁਣ ਆਪਾਂ ਨੂੰ ਇਹ ਕੀ ਆ ਕਿ ਆਪਾਂ ਨੂੰ ਪਤਾ ਲੱਗ ਗਿਆ ਮੈਰੀ ਰੋਜ਼ ਆ ਉਹ ਸਿੰਕ ਹੋਈ ਆ, ਡੁੱਬੀ ਵੀ ਹੈਗੀ ਆ, ਠੀਕ ਆ। ਉਹਦੇ ਪਿੱਛੇ ਜਿਹੜੇ ਮਤਲਬ ਰੀਜ਼ਨ ਹੈਗੇ ਆ ਨਾ, ਉਹ ਤੇ ਡਾਊਟ ਆ, ਮਤਲਬ ਕਿ ਕਿਸੇ ਨੂੰ ਕਲੀਅਰ ਨਹੀਂ ਪਤਾ ਹੈਗਾ ਵੀ ਗੱਲ ਕੀ ਹੋਈ ਹੈ ਐਕਚੁਅਲ ਦੇ ਵਿੱਚ ਮੈਰੀ ਰੋਜ਼ ਨਾਲ, ਬਟ ਇਹ ਹੀ ਪਤਾ ਮਤਲਬ ਸਾਰੇ ਆਪਣੇ ਆਪਣੇ ਵੱਖਰੇ ਵੱਖਰੇ ਵਿਊ ਦਿੰਦੇ, ਡਾਊਟ ਆ ਮਤਲਬ, ਠੀਕ ਆ, ਉਸ ਚੀਜ਼ ਦੇ ਮਗਰ। ਹੁਣ ਆਪਾਂ ਇਹ ਚੀਜ਼ ਵੇਖਣੀ ਹੈ ਪੈਸੇਜ ਦੇ ਵਿੱਚ। ਹੁਣ ਆਪਣਾ ਫਸਟ ਟਿਪ ਕੀ ਹੈਗੀ ਆ ਕਿ ਆਪਾਂ ਕੀ ਕਰਨਾ ਹੈਗਾ ਗਾ, ਕੋਈ ਕੀਵਰਡ ਲੈ ਲਓ ਜਿਹੜਾ ਸੋਲਿਡ ਜਿਹਾ, ਜਿਹੜਾ ਤੁਹਾਨੂੰ ਲੱਗੇ ਕਿ ਤੁਹਾਡੀ ਲੋਕੇਸ਼ਨ ਟਰੇਸ ਕਰ ਦੂਗਾ, ਠੀਕ ਆ। ਹੁਣ ਦੇਖੋ देयर इज़ सम डाउट अबाउट, ठीक है, इन्हों के कुछ भी नहीं बन सकता क्योंकि कोई मेन वर्ड नहीं है, ठीक है। तो ये जी हैल्पिंग वर्ब्स से कितने भी हो सकती वट काउज, ठीक है। तो हुण अपने को एक तो हो गया वट काउज, जां तां कोई रीजन दस्सिया हो, कोई रीजन की गल की हो, ठीक है। तो उदों बाद की है मैरी रोज। मान लो हुण फस्ट अपने को जो क्वेश्चन आ पैसेज के स्टार्टिंग में ही होगा, है ना। तो इसलिए अपने को की है मैरी रोज ही है, जितों मैरी रोज भावें ਜਿਹੜਾ मैरी रोज अपने को कॉमन वर्ड आ, पर इत्थे अपने को मैरी रोज तां मेन हैगा क्योंकि जिथे मैरी रोज की गल स्टार्टिंग च कीती होगी उत्थे और डुब्बन की गल भी कीती होगी, तां ही अपने को फस्ट क्वेश्चन आ, ठीक है। तो हुण आपां चलदे हां मैरी रोज एंड वट काउज, ठीक है। आपां नूं कुछ रीजन मिल जाण ते आपां नूं की मिल जाए फस्ट, पहला आपां पहले ते चलदे हां, ठीक है। पहले पैराग्राफ ते चलिया। हुण देखो कि तुहानूं जिहड़ा मैरी रोज कित्थे मिलदा, जिथे मैरी रोज आपां नूं वर्ड मिल गया उत्थे तुसीं जिहड़ा अंडरलाइन कर लेना। देखो जो एक वर्ड थोड़े माइंड के होंगे मैं ये फाइंड करना तो बड़ी ईजीली मिल जाता, ठीक है। तो देखो मैरी रोज अपन मिल गया, मैरी रोज मिल गया। उस तो बाद की अपने को उस तो बाद मैनू ये पता लग गया वट हैपनड, ठीक है। तो देखो किहड़े काउज सीगे ते की होया, ठीक है। मतलब मैरी रोज ना हुण मैरी रोज की गल हो रही है, अपन पता लग गया कि मैरी रोज दे नाल की होया, उही गल करनगे इत्थे, है ना। तो उत्थे अपन रीजन पूछे, मतलब इत्थे रीजन दसे होणगे, इत्थे मैरी रोज की गल हुई है, मतलब एक्यूरेट लोकेशन ते आपां पहुँच चुके हैं। हुण आपां पढ़ना स्टार्ट करना, ठीक है। हुण आपां नूं पता लग गया अमंग द हुण इत्थों स्टार्ट करदे हां। अमंग द इंग्लिश वैजल वॉज अ वॉरशिप बाय द नेम ऑफ मैरी रोज, ठीक है। तो मैरी रोज की गल हो रही है, ठीक है। हाले तक अपन कुछ नहीं दसिया कि मैरी रोज का की आ। बुलेट इन पोस्ट माउथ सम 35 ईयर्स अर्ली, ठीक है। तो ये की बनी सी 35 साल जो पहला बनी सी। शी हैड अ लॉन्ग एंड सुकसैसफुल फाइटिंग करियर एंड वॉज अ फेवरेट ऑफ किंग हैनरी, ठीक है। तो 8th तो की गल वो कहते कि जी यदा बहुत जो लम्मा सीगा सुकसैसफुल जोड़ा फाइटिंग करियर सीगा मैरी रोज का, वो की जी फेवरेट सीगी किंग हैनरी दी, ठीक है। किंग हैनरी दी जी मैरी रोज सीगी फेवरेट सीगी। अकाउंट ऑफ वट हैपन टू द शिप वैरी। हुण देखो एक वर्ड ने क्लीयर करता कि शिप, ठीक है। हुण अपन पता लग गया कि मैरी रोज की आ एक बोट की गल कर रहे हैं, ठीक है। तो कह रहे हैं कि की हो रहा सीगा, मैरी रोज की सीगी वो हैनरी जिहड़े किंग दी फेवरेट सीगी, ठीक है। तो 35 साल जिहड़ी वो पहलां बनी हुई सीगी, उहदा बहुत वधिया जिहड़ा सुकसैसफुल करियर सीगा फाइटिंग करियर, ठीक है। हुण अपन उते रीजन दस रहे कि की हो रहा।
ਉਹਦੇ ਨਾਲ ਕੀ ਹੋਇਆ ਸੀ। ਜੇ ਤਾਂ ਉਹਨੇ ਐਕੂਰੇਟ ਇੱਕ ਗੱਲ ਦੱਸ ਦਿੱਤੀ ਵੀ ਹਾਂਜੀ ਆਹ ਹੋਇਆ ਸੀ ਹੈ ਨਾ, ਉਹ ਤਾਂ ਫਿਰ ਆਪਣਾ ਜਿਹੜਾ ਸਟੇਟਮੈਂਟ ਕੌਂਟਰਾਡਿਕਟ ਕਰ ਜੂਗੀ, ਠੀਕ ਆ। ਜੇ ਆਪਾਂ ਨੂੰ ਉਹਨਾਂ ਨੇ ਹੁਣ ਇਹ ਤਾਂ ਹੈ ਹੀ ਨਹੀਂਗਾ ਕਿ ਉਹ ਆਪਾਂ ਨੂੰ ਦੱਸਣਗੇ ਨਾ, ਕਿਉਂਕਿ ਉਹਨਾਂ ਨੇ ਆਪਾਂ ਨੂੰ ਪਹਿਲਾਂ ਕਹਿ ਰਿਹਾ ਤਾਂ ਕਿ ਵਟ ਹੈਪਨ, ਠੀਕ ਆ। ਹੁਣ ਇਹਦਾ ਪਤਾ ਵੀ ਨੋਟ ਗਿਵਨ ਆ ਨਹੀਂ ਸਕਦਾ। ਤਾਂ ਜੇ ਆਪਣਾ ਟਰੂ ਹੋਇਆ, ਜੇ ਇਹਨਾਂ ਨੇ ਵੱਖਰੇ ਵੱਖਰੇ ਵਿਊ ਦੱਸੇ ਹੋਏ ਤਾਂ ਫਿਰ ਆਪਣਾ ਕੀ ਹੋਊਗਾ, ਉਹ ਫਾਲਸ, ਸੌਰੀ ਫਿਰ ਟਰੂ ਹੋਊਗਾ, ਠੀਕ ਆ। ਤਾਂ ਅੱਗੇ ਕੀ ਆਪਣੇ ਕੋਲ, ਵਾਈਲ ਵਿਟਨੈਸ ਐਗਰੀ ਦੈਟ ਸ਼ੀ ਵਾਜ਼ ਨੋਟ, ਠੀਕ ਆ। ਤਾਂ ਕੁਛ ਜਿਹੜੇ ਵਿਟਨੈਸ ਆ ਉਹ ਕੀ ਕਰ ਰਹੇ ਆ, ਇਸ ਗੱਲ ਨਾਲ ਸਹਿਮਤ ਆ ਕਿ ਵਾਜ਼ ਨੋਟ ਹਿੱਟ ਬਾਏ ਦ ਫਰੈਂਚ, ਠੀਕ ਆ। ਉਹ ਜਿਹੜੀ ਫਰੈਂਚ ਦੇ ਦੁਆਰਾ ਹਿੱਟ ਨਹੀਂ ਹੋਏਗੀ। ਤਾਂ ਉਸ ਤੋਂ ਬਾਅਦ ਕੀ ਆ, ਸਮ ਮੇਨਟੇਨ, ਤੇ ਕੁਛ ਕੀ ਕਰਦੇ ਆ ਦੈਟ ਸ਼ੀ ਵਾਜ਼ ਆਊਟਡੇਟਡ, ਤਾਂ ਕੁਛ ਇਹ ਵੀ ਕਹਿ ਰਹੇ ਆ ਕਿ ਉਹ ਆਊਟਡੇਟਡ ਸੀਗੀ, ਠੀਕ ਆ, ਤਾਂ ਕਰਕੇ ਉਹ ਜਿਹੜੀ ਡੁੱਬ ਗਈ। ਤਾਂ ਉਦੋਂ ਬਾਅਦ ਕੀ ਆ, ਕੁਛ ਇਹ ਵੀ ਸੋਚਦੇ ਓਵਰਲੇਡਨ ਐਂਡ ਸੇਲਿੰਗ ਟੂ ਲੋ ਇਨ ਦਾ ਵਾਟਰ, ਕੁਛ ਇਹ ਕਹਿ ਰਹੇ ਕਿ ਓਵਰਲੇਡਨ ਸੀ, ਜ਼ਿਆਦਾ ਭਰੀ ਹੋਈ ਸੀਗੀ, ਠੀਕ ਆ। ਕੁਛ ਇਹ ਕਹਿ ਰਹੇ ਕਿ ਪਾਣੀ ਬਹੁਤ ਲੋ ਸੀਗਾ ਉਹਦੇ ਵਿੱਚ। ਤਾਂ ਅਦਰ ਦੈਟ ਸ਼ੀ ਵਾਜ਼ ਮਿਸ ਹੈਂਡਲ ਬਾਏ ਅਨਡਿਸਿਪਲਿਨਡ ਕਰਿਊ, ਤਾਂ ਕਰਿਊ ਕੋਈ ਟੀਮ ਜਿਹੜੀ ਉਹਨੂੰ ਹੈਂਡਲ ਕਰਦੀ ਸੀਗੀ ਕਿਸ਼ਤੀ ਨੂੰ, ਤਾਂ ਉਹ ਕੀ ਕਹਿ ਰਹੇ ਹੈਗੇ ਆ, ਉਹ ਕਹਿੰਦੇ ਉਹਨਾਂ ਦੁਆਰਾ ਮਿਸ ਹੈਂਡਲ ਹੋ ਗਈ ਉਹ। ਤਾਂ ਹੁਣ ਆਪਣੇ ਕੋਲ ਕੀ ਆ, ਵੱਖਰੇ ਵੱਖਰੇ ਦੱਸਦਾ। ਕੁਛ ਤਾਂ ਕਹਿ ਰਹੇ ਆ ਕਿ ਉਹ ਫ੍ਰੈਂਚ ਦੁਆਰਾ ਨਹੀਂ ਜਿਹੜੀ ਮਤਲਬ ਹੋਈ, ਕੋਈ ਕਹਿ ਰਹੇ ਕਿ ਆਊਟਡੇਟਡ ਸੀ, ਕੋਈ ਕਹਿ ਰਹੇ ਓਵਰਲੇਡਨ ਹੋ ਰਹੀ ਸੀ, ਕੋਈ ਕਹਿ ਰਹੇ ਬਹੁਤ ਘੱਟ ਪਾਣੀ ਵਿੱਚ ਤੈਰ ਰਹੀ ਸੀ, ਅਤੇ ਕਿਸੇ ਦਾ ਇਹ ਵੀ ਵਿਊ ਹੈਗਾ ਕਿ ਉਹ ਜਿਹੜੀ ਇੱਕ ਟੀਮ ਸੀਗੀ ਜਿਹਦਾ ਮਤਲਬ ਕਿ ਜਿਹਦੇ ਦੁਆਰਾ ਉਹ ਮਿਸ ਹੈਂਡਲ ਹੋ ਗਈ ਸੀ, ਤਾਂ ਕਰਕੇ ਉਹ ਡੁੱਬ ਗਈ। ਤਾਂ ਹੁਣ ਆਪਣੇ ਕੋਲੇ ਕੀ ਆ, ਮੈਰੀ ਰੋਜ਼ ਦੀ ਉਹਨਾਂ ਨੇ ਗੱਲ ਕਰਦੀ ਜੀ, ਥੋੜ੍ਹਾ ਜਿਹਾ ਆਪਾਂ ਨੂੰ ਮੈਰੀ ਰੋਜ਼ ਬਾਰੇ ਦੱਸਦਾ ਉਹ ਕੀ ਸੀਗਾ। ਉਹ ਤਾਂ ਆਪਣੇ ਜਿਹੜਾ ਮਤਲਬ ਕਿ ਸਟੇਟਮੈਂਟ ਦੇ ਨਾਲ ਕੁਛ ਨਹੀਂ, ਆਪਾਂ ਤਾਂ ਇਹੀ ਦੇਖਣਾ ਸੀਗਾ ਕਿ ਉਹਦੇ ਮਗਰ ਡਾਊਟ ਹੈਗੇ ਜਾਂ ਸੋਲਿਡ ਜਿਹੜਾ ਦੱਸਿਆ ਹੈਗਾ ਵੀ ਕੀ ਚੀਜ਼ ਹੋਈ ਆ। ਤਾਂ ਆਪਾਂ ਨੂੰ ਡਾਊਟ ਹੀ ਦੱਸੇ, ਕਿਉਂਕਿ ਹਰ ਇੱਕ ਦਾ ਇੱਕ ਵੱਖਰਾ ਵੱਖਰਾ ਵਿਊ, ਐਕਚੁਅਲ ਦੇ ਵਿੱਚ ਉਸ ਕਿਸ਼ਤੀ ਨਾਲ ਜਾਂ ਸ਼ਿਪ ਨਾਲ ਕੀ ਹੋਇਆ ਸੀ ਉਹ ਕਿਸੇ ਨੂੰ ਨਹੀਂ ਪਤਾ, ਸਭ ਦੇ ਆਪਣੇ ਆਪਣੇ ਵੱਖਰੇ ਵੱਖਰੇ ਵਿਊ। ਤਾਂ ਆਨਸਰ ਕੀ ਹੋ ਗਿਆ ਆਪਣਾ, ਤਾਂ ਦੇਖੋ ਸਟੇਟਮੈਂਟ ਨੇ ਵੀ ਇਹੀ ਕਿਹਾ ਸੀ ਕਿ ਡਾਊਟ ਆ, ਤਾਂ ਉੱਥੇ ਵੀ ਆਪਾਂ ਨੂੰ ਇਹੀ ਮਿਲਿਆ ਕਿ ਹਾਂਜੀ ਡਾਊਟ ਆ, ਕਿਸੇ ਨੂੰ ਵੀ ਨਹੀਂ ਪਤਾ ਗਾ, ਠੀਕ ਆ। ਤਾਂ ਆਪਣਾ ਕੀ ਆਨਸਰ ਹੋ ਗਿਆ, ਟਰੂ। ਧਿਆਨ ਰੱਖਣਾ, ਜੇ ਟਰੂ ਆ ਤਾਂ ਉਹਨੂੰ ਟਰੂ ਹੀ ਲਗਾਵਾਂਗੇ, ਠੀਕ ਆ। ਜੇ ਯੈਸ ਆ ਤਾਂ ਯੈਸ ਲਗਾਵਾਂਗੇ, ਇਹ ਧਿਆਨ ਰੱਖਣਾ। ਜੇ ਆਪਣਾ ਕੋਲ ਮਤਲਬ ਟਰੂ ਹੈਗਾ, ਆਪਾਂ ਨੂੰ ਇੰਸਟਰਕਸ਼ਨ ਟਰੂ ਫਾਲਸ ਦੀਆਂ ਦਿੱਤੀਆਂ, ਤੁਸੀਂ ਯੈਸ ਲਗਾ ਰਹੇ ਹੈਗੇ, ਟਰੂ ਦੀ ਜਗ੍ਹਾ 'ਤੇ ਯੈਸ ਐਂਡ ਫਾਲਸ ਦੀ ਜਗ੍ਹਾ 'ਤੇ ਨੋਟ ਗਿਵਨ, ਤਾਂ ਵੀ ਤੁਹਾਡਾ ਰੋਂਗ ਹੋਊਗਾ, ਠੀਕ ਹੈ। ਇਸ ਲਈ ਜੇ ਟਰੂ ਆ ਤਾਂ ਟਰੂ ਹੀ ਲਗਾਉਂਗੇ। ਤਾਂ ਉਸ ਤੋਂ ਬਾਅਦ ਕੀ ਆਪਣੇ ਕੋਲੇ, ਦ ਮੈਰੀ ਰੋਜ਼ ਵਾਜ਼ ਦਾ ਓਨਲੀ ਸ਼ਿਪ, ਠੀਕ ਆ। ਮੈਰੀ ਰੋਜ਼ ਕੀ ਆ, ਓਨਲੀ ਇੱਕ ਸ਼ਿਪ ਆ ਜਿਹੜੀ ਸਿੰਕ ਇਨ ਦਾ ਬੈਟਲ ਆਫ 19 ਜੁਲਾਈ 1545। ਤਾਂ ਹੁਣ ਕੀ ਆ, ਉਹ ਕਹਿੰਦੇ ਮੈਰੀ ਰੋਜ਼ ਜਿਹੜੀ ਆ ਉਹ ਇੱਕ ਇਕੱਲੀ ਸ਼ਿਪ ਆ ਜਿਹੜੀ ਕਿ ਸਿੰਕ ਡੁੱਬੀ ਹੈਗੀ ਆ ਬੈਟਲ ਦੇ ਵਿੱਚ, ਠੀਕ ਆ, 19 ਜੁਲਾਈ ਨੂੰ, ਠੀਕ ਆ, 1545 ਦੇ ਵਿੱਚ। ਤਾਂ ਹੁਣ ਆਪਾਂ ਦੇਖਦੇ ਹੈਗੇ ਆ ਇਹ ਕਿ ਆਪਾਂ ਨੂੰ ਇਹ ਕਿੱਥੇ ਮਿਲਦਾ ਹੈਗਾ। ਤਾਂ ਐਕੂਰੇਟ ਲੋਕੇਸ਼ਨ ਲੱਭਣ ਲਈ ਹੁਣ ਆਪਣੇ ਕੋਲ ਕੀ ਹੈ, ਜੇ ਨੰਬਰਸ ਹੈਗੇ ਨਾ ਸਟੇਟਮੈਂਟ ਦੇ ਵਿੱਚ ਤਾਂ ਇਹ ਬਹੁਤ ਈਜ਼ੀਲੀ ਫਾਈਂਡ ਹੁੰਦੇ ਆ, ਤੁਸੀਂ ਟਰਾਈ ਕਰਕੇ ਦੇਖਣਾ। ਇਸ ਲਈ ਆਪਾਂ ਕੀ ਚੱਲਾਂਗੇ, ਡਾਇਰੈਕਟ 19 ਜੁਲਾਈ ਜਿੱਥੇ ਆਪਣੇ ਕੋਲ 1545 ਦੀ ਗੱਲ ਹੋਈ ਆਪਾਂ ਉੱਥੇ ਚੱਲਦੇ ਆ, ਠੀਕ ਆ। ਤਾਂ ਦੇਖੋ ਆਪਣੇ ਕੋਲੇ ਜਿਹੜਾ ਇੱਥੇ ਮਿਲ ਗਿਆ, ਠੀਕ ਆ। ਤਾਂ ਆਪਣੇ ਕੋਲ ਗਿਆ 19 ਜੁਲਾਈ 1545, ਠੀਕ ਆ, ਆਪਾਂ ਨੂੰ ਮਿਲ ਗਿਆ। ਆਪਣੇ ਕੋਲ ਜਿਹੜੀ ਰੀਡਿੰਗ ਹੁੰਦੀ ਉਹਦੇ ਵਿੱਚ 99% ਚਾਂਸ ਹੁੰਦੀ ਹੈ ਕਿ ਆਪਾਂ ਨੂੰ ਜਿਹੜੇ ਆਰਡਰਲੀ ਕੁਐਸਚਨ ਮਿਲਦੇ ਆ। ਲਾਈਕ ਆਪਾਂ ਨੂੰ ਜੇ ਫਸਟ ਇੱਥੇ ਮਿਲ ਗਿਆ ਹੈ ਨਾ, ਤਾਂ ਉਸ ਤੋਂ ਜਿਹੜਾ ਨੀਚੇ ਸੈਕਿੰਡ ਮਿਲੂਗਾ, ਉਸ ਤੋਂ ਨੀਚੇ ਥਰਡ ਮਿਲੇਗਾ, ਉਸ ਤੋਂ ਨੀਚੇ ਫੋਰਥ ਮਿਲੂਗਾ, ਹੈ ਨਾ। ਬਟ 1% ਚਾਂਸ ਹੁੰਦੇ ਵੀ ਆ, ਪੱਕਾ ਨਹੀਂ ਇਸ ਗੱਲ 'ਤੇ ਸਟੇ ਰਹਿਣਾ ਕਿ ਜੇ ਨੀਚੇ ਆਨਸਰ ਨਹੀਂ ਮਿਲੇ ਤਾਂ ਉੱਪਰ ਵੀ ਨਹੀਂ ਹੋ ਸਕਦਾ। ਇੱਕ ਵਾਰ ਉੱਪਰ ਵੀ ਜ਼ਰੂਰ ਦੇਖ ਲੈਣਾ, ਕਿਉਂਕਿ 1% ਚਾਂਸਿਸ ਹੈਗੇ ਆ ਕਿ ਆਨਸਰ ਜਿਹੜੇ ਉਲਟ ਪੁਲਟ ਹੋ ਸਕਦੇ ਆ, ਠੀਕ ਆ। ਤਾਂ ਹੁਣ ਦੇਖੋ ਆਪਣੇ ਕੋਲ ਜਿਹੜਾ ਫਸਟ ਆਪਾਂ ਨੂੰ ਨੀਚੇ ਮਿਲਿਆ ਸੀਗਾ, ਸੈਕਿੰਡ ਉਸ ਤੋਂ ਉੱਪਰ ਮਿਲ ਗਿਆ, ਠੀਕ ਆ। ਤਾਂ ਆਪਣੇ ਕੋਲ ਕੀ ਆ 19 ਜੁਲਾਈ ਜਿਹੜਾ ਆਪਾਂ ਦੇਖ ਲਿਆ, ਇੱਥੇ ਕੀ ਆਪਾਂ ਨੂੰ ਅੱਗੇ ਜਿਹੜੀ ਇਨਫੋਰਮੇਸ਼ਨ ਦੱਸੀ ਉਹਨਾਂ ਨੇ, ਇੰਗਲਿਸ਼ ਐਂਡ ਫਰੈਂਚ ਫਲੀਟਸ, ਠੀਕ ਆ। ਫਲੀਟਸ ਹੁੰਦਾ ਜਾਣੀ ਕਿ ਸ਼ਿਪ ਨੂੰ ਕਹਿ ਦਿੰਦੇ ਆ, ਠੀਕ ਆ। ਫਲੀਟਸ ਵਰ ਇੰਗੇਜਡ ਇਨ ਦ ਸੀਆ ਬੈਟਲ ਆਫ ਦ ਕੋਸਟ ਆਫ ਸਾਊਥਰਨ ਇੰਗਲੈਂਡ ਇਨ ਦਾ ਏਰੀਆ ਆਫ ਵਾਟਰ ਕਾਲਡ ਸੋਲੈਂਟ, ਠੀਕ ਆ। ਤਾਂ ਹੁਣ ਕੀ ਆਪਣੇ ਕੋਲ ਮੇਨ ਇੱਕ ਲਾਈਨ 'ਚ ਆਪਾਂ ਨੂੰ ਕਲੀਅਰ ਹੋ ਗਿਆ, ਉਹ ਕੀ ਕਹਿ ਰਿਹਾ ਕਿ ਇੰਗਲਿਸ਼ ਐਂਡ ਫਰੈਂਚ ਫਲੀਟਸ, ਪਹਿਲੀ ਗੱਲ ਤਾਂ ਫਲੀਟਸ ਤੋਂ ਮਤਲਬ ਗੱਲ ਕਲੀਅਰ ਹੋ ਗਈ ਕਿ ਸ਼ਿਪਸ, ਠੀਕ ਆ, ਇੱਕ ਤੋਂ ਜ਼ਿਆਦਾ ਸ਼ਿਪ ਦੀ ਗੱਲ ਕਰ ਰਹੇ ਆ। ਤਾਂ ਇੰਗਲਿਸ਼ ਅਤੇ ਫਰੈਂਚ ਆਪਾਂ ਨੂੰ ਦੱਸਿਆ ਵੀ ਕਿ ਕੁਛ ਇੰਗਲਿਸ਼ ਸੀਗੀਆਂ, ਕੁਛ ਫਰੈਂਚ ਸੀਗੀਆਂ, ਮਤਲਬ ਦੋ ਤਾਂ ਹੋ ਹੀ ਗਈਆਂ ਨਾ, ਚਾਹੇ ਉਹ ਮਤਲਬ ਕਿ ਇੰਗਲਿਸ਼ ਦੇ ਵਿੱਚ ਕਿੰਨੀਆਂ ਹੀ ਆਉਂਦੀਆਂ ਹੁਣ, 4 ਹੋਣ 5 ਹੋਣ, ਅਤੇ ਫਰੈਂਚ ਦੇ ਵਿੱਚ ਕਿੰਨੀਆਂ ਹੀ ਆਉਂਦੀਆਂ, ਪਰ ਦੋ ਤਾਂ ਹੋ ਗਈਆਂ ਨੇ ਵੀ ਆਪਾਂ ਇੰਗਲਿਸ਼ ਅਤੇ ਫਰੈਂਚ ਦੋ ਦੱਸੀਆਂ ਆਪਾਂ ਨੂੰ। ਉਦੋਂ ਬਾਅਦ ਫਲੀਟਸ ਵੀ ਦੱਸਿਆ ਉਹਨਾਂ ਨੇ। ਤਾਂ ਇਸ ਲਈ ਕੀ ਆ, ਉਹ ਕਹਿੰਦੇ ਓਨਲੀ ਇੱਕ ਸ਼ਿਪ ਆ ਮੈਰੀ ਰੋਜ਼ ਜਿਹੜੀ ਮਤਲਬ ਕਿ ਡੁੱਬੀ ਸੀਗੀ ਸੀਆ ਬੈਟਲ ਦੇ ਵਿੱਚ। ਬਟ ਨਹੀਂ, ਉਹ ਕਹਿੰਦੇ ਕਿ ਆਪਣੇ ਕੋਲ ਜਿਹੜੀ ਸੀ ਬੈਟਲ ਦੇ ਵਿੱਚ ਡਿੱਗੀ ਸੀਗੀ ਉਹ ਇੰਗਲਿਸ਼ ਵੀ ਸੀਗੀਆਂ, ਫਰੈਂਚ ਫਲੀਟਸ ਵੀ ਸੀਗੀਆਂ ਉਹਦੇ ਵਿੱਚ, ਠੀਕ ਆ। ਤਾਂ ਆਪਣਾ ਕੀ ਹੋ ਗਿਆ ਇੱਥੇ, ਕੌਂਟਰਾਡਿਕਟ ਕਰ ਗਈ, ਕਿਉਂਕਿ ਓਨਲੀ ਸ਼ਿਪ ਕਹਿ ਰਹੇ ਸੀਗੇ ਸੀ ਦੇ ਵਿੱਚ ਡਿੱਗਣ ਵਾਲੀ, ਉਹੀ ਕਹਿ ਰਹੇ ਹੈਗੇ ਕਿ ਨਹੀਂ ਜ਼ਿਆਦਾ ਸੀਗੀਆਂ, ਠੀਕ ਆ। ਤਾਂ ਇਸ ਲਈ ਆਪਣਾ ਇਹ ਕੀ ਹੋ ਗਿਆ, ਫਾਲਸ।
आई होप ਦੋਨੋਂ ਜਿਹੜੇ ਕੁਐਸਚਨ ਹੈਗੇ ਆਪਣੇ ਚੰਗੀ ਤਰ੍ਹਾਂ ਕਲੀਅਰ ਹੋ ਗਏ ਹੋਣਗੇ। ਤਾਂ ਉਸ ਤੋਂ ਆਪਾਂ ਨੈਕਸਟ ਵੱਲ ਮੂਵ ਕਰਦੇ ਹਾਂ। ਮੋਸਟ ਆਫ ਵਨ ਸਾਈਡ ਆਫ ਮੈਰੀ ਰੋਜ਼ ਲੇ ਅਨਡੈਮੇਜਡ ਅੰਡਰ ਦਾ ਸੀ। ਤਾਂ ਮੋਸਟ ਆਫ ਮਤਲਬ ਕਿ ਉਹ ਕੀ ਕਹਿ ਰਹੇ, ਇੱਕ ਸਾਈਡ ਜਿਹੜੀ ਮੈਰੀ ਰੋਜ਼ ਦੀ ਸੀਗੀ ਉਹ ਕੀ ਸੀਗੀ, ਅਨਡੈਮੇਜ ਸੀਗੀ ਅੰਡਰ ਦ ਸੀ ਦੇ ਅੰਡਰ, ਉਹ ਓਸ਼ੀਅਨ ਦੇ ਅੰਡਰ ਕੀ ਸੀਗਾ, ਉਹ ਅਨਡੈਮੇਜਡ ਹੀ ਪਈ ਸੀਗੀ, ਡੈਮੇਜ ਨਹੀਂ ਹੋਈ ਸੀਗੀ। ਠੀਕ ਆ, ਹੁਣ ਇਹ ਚੀਜ਼ ਦੇਖਣੀ ਆਪਾਂ। ਹੁਣ ਕੀਵਰਡ ਕੀ ਆਪਣੇ ਕੋਲੇ ਸਾਈਡ, ਠੀਕ ਆ, ਸਾਈਡ ਕੀਵਰਡ ਆ ਤੇ ਆਪਾਂ ਚੱਲਦੇ ਹਾਂ ਹੁਣ। ਠੀਕ ਆ, ਆਨਸਰ ਫਾਈਂਡ ਕਰਨੀ। ਤਾਂ ਦੇਖੋ ਆਪਣੇ ਕੋਲੇ ਜਿਹੜਾ ਫਰਸਟ ਇੱਥੇ ਮਿਲ ਗਿਆ ਸੀਗਾ ਤੇ ਇੱਥੋਂ ਤੱਕ ਤਾਂ ਆਪਾਂ ਪੜ੍ਹ ਹੀ ਲਿਆ। ਹੁਣ ਆਪਾਂ ਨੂੰ ਇਹ ਤਾਂ ਪਤਾ ਹੈ ਵੀ ਇੱਥੇ ਤਾਂ ਹੋਣਾ ਨਹੀਂ ਆਨਸਰ, ਤੇ ਸੈਕਿੰਡ ਆਪਾਂ ਇੱਥੋਂ ਲੈ ਕੇ ਇੱਥੋਂ ਤੱਕ ਪੜ੍ਹਿਆ ਹੈਗਾ ਤੇ ਆਪਾਂ ਨੂੰ ਇਹ ਵੀ ਪਤਾ ਵੀ ਇੱਥੇ ਆਨਸਰ ਨਹੀਂ ਹੋਊਗਾ। ਦੇਖੋ ਜਿਹੜਾ ਇੰਨਾ ਛੱਡ ਦਿੱਤਾ ਆਪਾਂ ਨੂੰ, ਹੁਣ ਇਹ ਪਤਾ ਹੈਗਾ ਵੀ ਆਪਾਂ ਨਹੀਂ ਪੜ੍ਹਨਾਗਾ ਤੇ ਇਹਦੇ ਨਾਲ ਕੀ ਆਪਣਾ ਟਾਈਮ ਸੇਵ ਹੁੰਦਾ। ਠੀਕ ਆ, ਹੁਣ ਤੁਹਾਨੂੰ ਦੁਬਾਰਾ ਇੱਥੇ ਜਾਣ ਦੀ ਲੋੜ ਨਹੀਂ ਕਿਉਂਕਿ ਆਪਾਂ ਹੁਣੇ ਪੜ੍ਹ ਕੇ ਆਏ ਹਾਂ, ਤਾਂ ਇਸ ਲਈ ਇਹਦਾ ਆਪਣਾ ਜਿਹੜਾ ਟਾਈਮ ਸੇਵ ਹੁੰਦਾ। ਠੀਕ ਆ, ਤਾਂ ਉਸ ਤੋਂ ਬਾਅਦ ਕੀ ਆਪਾਂ ਸਿੱਧਾ ਕੀਵਰਡ ਲੈਣਾ। ਠੀਕ ਆ, ਜਿੱਥੇ ਸਾਈਡ ਮਿਲ ਗਿਆ ਉੱਥੇ ਕੀਵਰਡ ਹੈਗਾ ਆਪਣੇ ਕੋਲੇ। ਆਹ ਦੇਖੋ ਸਾਈਡ ਮਿਲ ਗਿਆ ਨਾ ਤੁਹਾਨੂੰ, ਸਾਈਡ ਵਰਡ ਆਪਾਂ ਜਿਹੜਾ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਮਿਲਿਆ ਸੀ, ਆਪਾਂ ਨੂੰ ਪਤਾ ਲੱਗਿਆ ਸਾਈਡ। ਆਪਾਂ ਐਕੂਰੇਟ ਲੋਕੇਸ਼ਨ 'ਤੇ ਪਹੁੰਚ ਗਏ। ਦੇਖੋ ਆਪਾਂ ਇੱਥੇ ਸਿੱਧਾ ਹੋਣਾ ਕਿੰਨਾ ਛੱਡ ਦਿੱਤਾ, ਤਾਂ ਇਹ ਇੱਦਾਂ ਹੀ ਆਪਣਾ ਜਿਹੜਾ ਟਾਈਮ ਮੈਨੇਜ ਹੁੰਦਾ। ਦੇਖੋ ਇੱਥੋਂ ਲੈ ਕੇ ਆਪਾਂ ਕੁਛ ਨਹੀਂ ਪੜ੍ਹਿਆ ਹੈਗਾ, ਇੰਨਾ ਜਿਹੜਾ ਛੱਡ ਦਿੱਤਾ, ਇੱਕ ਜਿਹੜਾ ਸੈਕਿੰਡ ਆਪਣੇ ਕੋਲੇ ਬਹੁਤ ਇੰਪੋਰਟੈਂਟ ਹੁੰਦਾ ਐਗਜ਼ਾਮ 'ਚ। ਹੁਣ ਇੰਨਾ ਛੱਡ ਦਿੱਤੇ ਤੇ ਕਿੰਨਾ ਟਾਈਮ ਵੇਸਟ ਹੋਣਾ ਸੀ, ਆਪਾਂ ਕੱਲੀ ਕੱਲੀ ਲਾਈਨ ਪੜ੍ਹਦੇ। ਇਸੇ ਕਰਕੇ ਕੀਵਰਡਸ ਦੇ ਨਾਲ ਹਮੇਸ਼ਾ ਜਿਹੜੀ ਲੋਕੇਸ਼ਨ ਟਰੇਸ ਕਰੋ। ਠੀਕ ਆ, ਤਾਂ ਹੁਣ ਕੀ ਆਪਾਂ ਇੱਥੇ ਪੜ੍ਹਦੇ ਹਾਂ, ਐਜ਼ ਅ ਰਿਜ਼ਲਟ ਦ ਸਟਾਰਬੋਰਡ ਸਾਈਡ ਫਿਲਡ ਰੈਪਿਡਲੀ। ਠੀਕ ਹੈ, ਜਿਹੜੀ ਸਟਾਰਬੋਰਡ ਦੀ ਸਾਈਡ ਸੀਗੀ ਉਹ ਬਹੁਤ ਤੇਜ਼ੀ ਨਾਲ ਜਿਹੜੀ ਮਤਲਬ ਭਰਨ ਲੱਗ ਗਈ। ਠੀਕ ਹੈ, ਲੀਵਿੰਗ ਦ ਐਕਸਪੋਜ਼ਡ port left side to be eroded by marine organism and mechanical degradation। ਠੀਕ ਆ, ਤਾਂ ਹੁਣ ਕੀ ਉਹ ਕਹਿੰਦੇ ਜਿਹੜੀ ਲੈਫਟ ਸਾਈਡ ਆ ਉਹ ਡੀਗ੍ਰੇਡੇਸ਼ਨ ਤੇ ਔਰਗੈਨਿਜ਼ਮ ਦੇ ਨਾਲ ਜਿਹੜੀ ਕੀ ਸੀਗੀ ਇਰੋਡਡ ਹੋਣ ਲੱਗ ਗਈ। ਠੀਕ ਆ, ਇੱਕ ਸਾਈਡ ਉਹਦੀ ਬੋਰਡ ਦੀ। ਤਾਂ ਉਦੋਂ ਕੀ ਬਿਕੋਜ਼ ਆਫ ਦਾ ਵੇ ਦਾ ਸ਼ਿਪ ਸੈਂਕ। ਠੀਕ ਆ, ਜਿਹੜੀ ਉਹ ਕਹਿੰਦੇ ਸਿੰਕ ਸੈਂਕ ਸੈਕਿੰਡ ਫਾਰਮ, ਤਾਂ ਉਹ ਕੀ ਕਹਿੰਦੇ ਆ ਜਿਹੜੀ ਮਤਲਬ ਕਿ ਸ਼ਿਪ ਹੈਗੀ ਆ ਜਿਹੜੇ ਵੇ ਦੇ ਨਾਲ ਉਹ ਡੁੱਬੀ ਸੀਗੀ, ਸੈਂਕ ਹੋਈ ਸੀ, ਬਿਕੋਜ਼ ਆਫ ਦਾ ਵੇ ਦਾ ਸ਼ਿਪ ਸੈਂਕ ਨੀਅਰਲੀ ਔਨ ਦਾ ਸਟਾਰਬੋਰਡ ਹਾਫ ਸਰਵਾਈਵਡ ਇੰਟੈਕਟ। ਤਾਂ ਇੰਟੈਕਟ ਦਾ ਮਤਲਬ ਹੁੰਦਾ ਹੋਗਾ ਅਨਡੈਮੇਜ। ਠੀਕ ਆ, ਇਹ ਆਪਣਾ ਇੰਟੈਕਟ ਦਾ ਜਿਹੜਾ ਸਿਨੋਨਿਮ ਆ ਡੈਮੇਜ, ਅਨਡੈਮੇਜ ਦਾ। ਠੀਕ ਆ, ਤਾਂ ਇੱਥੇ ਦੱਸਦਾ ਉਹਨਾਂ ਨੇ ਕਿ ਸਰਵਾਈਵਡ ਇੰਟੈਕਟ ਮਤਲਬ ਬਰਕਰਾਰ ਉਵੇਂ ਹੀ ਰਹੀ। ਠੀਕ ਆ, ਉੱਦਾਂ ਹੀ। ਤਾਂ ਇਸੇ ਤਰੀਕੇ ਨਾਲ ਕੀ ਹੁਣ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਜਿਹੜੇ ਤਰੀਕੇ ਨਾਲ ਸ਼ਿਪ ਡਿੱਗੀ ਸੀਗੀ ਨਾ, ਤੇ ਉਸ ਤਰੀਕੇ ਦੇ ਕਾਰਨ ਕੀ ਹੋਈ ਹੈ, ਜਿਹੜੀ ਬੋਰਡ ਦਾ ਹਾਫ ਤੋਂ ਜਿਹੜਾ ਸੀਗਾ ਨੀਅਰਲੀ ਆਲ ਆਫ ਦਾ ਸਟਾਰਬੋਰਡ ਹਾਫ। ਠੀਕ ਆ, ਜਿਹੜਾ ਹਾਫ ਸਟਾਰਬੋਰਡ ਸੀਗਾ ਉਹ ਕੀ ਸੀਗਾ, ਸਰਵਾਈਵਡ ਇੰਟੈਕਟ, ਜਾਣੀ ਕਿ ਅਨਡੈਮੇਜਡ ਹੀ ਸੀਗਾ। ਠੀਕ ਆ, ਡੈਮੇਜ ਨਹੀਂ ਹੋਇਆ ਸੀਗਾ। ਤਾਂ ਆਪਣਾ ਕੀ ਹੋ ਗਿਆ ਆਨਸਰ, ਇੱਥੇ ਵੀ ਉਹੀ ਗੱਲ ਕਹੀ ਨਾ ਕਿ ਅਨਡੈਮੇਜ ਨਹੀਂ ਸੀਗਾ ਮਤਲਬ ਹੈ ਨਾ ਅੰਡਰ ਦਾ ਸੀ। ਤਾਂ ਸੇਮ ਗੱਲ ਆਪਾਂ ਨੂੰ ਜਿਹੜੀ ਉਹਨਾਂ ਨੇ ਇਨਫੋਰਮੇਸ਼ਨ ਦੇ ਵਿੱਚ ਕਹਿ ਦਿੱਤੀ, ਆਨਸਰ ਕੀ ਹੋ ਗਿਆ, ਟਰੂ। ਦੇਖੋ ਠੀਕ ਆ, ਤਾਂ ਇਸ ਤਰੀਕੇ ਨਾਲ ਟਰੂ ਫਾਲਸ ਐਂਡ ਆਪਣੇ ਕੋਲ ਜਿਹੜਾ ਇਹ ਜਿਹੜਾ ਸੈਕਸ਼ਨ ਸੋਲਵ ਹੁੰਦਾ। ਹੁਣ ਆਪਣੇ ਕੋਲ ਇੱਕ ਰਹਿ ਗਿਆ। ਠੀਕ ਆ, ਤਾਂ ਹੁਣ ਕਾਫੀ ਜਿਹੜਾ ਗੈਸ ਤਾਂ ਕਰ ਹੀ ਲਿਆ ਹੈ ਨਾ ਕਿ ਨੋਟ ਗਿਵਨ ਆ ਗਿਆ, ਕਿਉਂਕਿ ਟਰੂ ਫਾਲਸ ਆ ਗਿਆ ਕਿ ਇੱਕ ਲਾਸਟ ਹੈਗਾ ਗਾ ਹੈ ਨਾ, ਨੋਟ ਗਿਵਨ ਹਾਲੇ ਤਾਈਂ ਆਪਾਂ ਕੀਤਾ ਵੀ ਨਹੀਂ ਹੈਗਾ। ਠੀਕ ਆ, ਪਰ ਫਿਰ ਵੀ ਆਪਾਂ ਸਮਝ ਲਈਏ ਕਿ ਨੋਟ ਗਿਵਨ ਹੁੰਦਾ ਕਿਹੜੇ ਤਰੀਕੇ ਨਾਲ ਆ। ਚਲੋ ਟਰਾਈ ਕਰਦੇ ਹੁਣ ਆਪਾਂ। ਅਲੈਗਜ਼ੈਂਡਰ MCQ knew that the wreck would contain many valuable historical objects। ਠੀਕ ਆ, ਤਾਂ ਆਪਣੇ ਕੋਲੇ ਕੀ ਹੈ, ਅਲੈਗਜ਼ੈਂਡਰ ਕਿਸੇ ਪਰਸਨ ਦਾ ਜਿਹੜਾ ਨਾਮ ਦਿੱਤਾ ਗਿਆ ਹੋਇਆ। ਠੀਕ ਆ, ਉਹ ਕੀ ਕਹਿ ਰਿਹਾ ਕਿ ਉਹ ਜਾਣਦਾ ਏ, ਕੀ ਜਾਣਦਾ ਸੀ ਉਹ, ਦਾ ਰਿਕ ਵੁੱਡ ਕੰਟੇਨ ਮੈਨੀ ਵੈਲਿਊਬਲ, ਜਿਹੜਾ ਰਿਕ ਹੈਗਾ। ਠੀਕ ਆ ਕੁਛ ਚੀਜ਼ ਹੋਊਗੀ ਆਪਾਂ ਨੂੰ ਨਹੀਂ ਪਤਾ ਹੈਗਾ। ਰਿਕ ਵੁੱਡ ਕੰਟੇਨ ਮੈਨੀ ਵੈਲਿਊਬਲ ਹਿਸਟੋਰੀਕਲ ਆਬਜੈਕਟ, ਜਿਹੜੇ ਰਿਕ ਉਹ ਬਹੁਤ ਸਾਰੇ ਹਿਸਟੋਰੀਕਲ ਵੈਲਿਊਬਲ ਆਬਜੈਕਟ ਜਿਹੜੇ ਹੈਗੇ ਆ ਉਹਨਾਂ ਨੇ ਕੀ ਕੀਤੇ, ਉਹਨਾਂ ਦੇ ਵਿੱਚ ਮਿਲਣਗੇ। ਠੀਕ ਆ, ਤਾਂ ਹੁਣ ਆਪਾਂ ਚੱਲਦੇ ਹਾਂ, ਜਿੱਥੇ ਆਪਾਂ ਨੂੰ ਪਰਸਨ ਦਾ ਨੇਮ ਮਿਲ ਗਿਆ ਆਪਾਂ ਉੱਥੇ ਹੀ ਫਾਈਂਡ ਕਰਨ ਲੱਗ ਜਾਣਾ। ਠੀਕ ਆ, ਤਾਂ ਦੇਖੋ ਆਪਾਂ ਨੂੰ ਇੱਥੇ ਮਿਲ ਗਿਆ ਅਲੈਗਜ਼ੈਂਡਰ MCQ। ਠੀਕ ਆ, ਆਪਾਂ ਨੂੰ ਤਾਂ ਇਹ ਮਿਲ ਗਿਆ। ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਇੱਥੇ ਪਹੁੰਚ ਚੁੱਕੇ। ਠੀਕ ਆ, ਐਕੂਰੇਟ ਲੋਕੇਸ਼ਨ ਆਪਾਂ ਫਾਈਂਡ ਕਰ ਲਈ। ਹੁਣ ਦੇਖਦੇ ਹਾਂ। ਬਟ ਇਨ 1965, ਠੀਕ ਆ 1965 ਦੇ ਵਿੱਚ ਕੀ ਹੋਇਆ, ਮਿਲਟਰੀ ਹਿਸਟੋਰੀਅਨ ਐਂਡ ਅਮੈਟਰ ਡਾਈਵਰ ਅਲੈਗਜ਼ੈਂਡਰ MCQ ਇਨ ਕੰਜੰਕਸ਼ਨ ਵਿਦ ਦਾ ਬ੍ਰਿਟਿਸ਼ ਸਬ ਇਕਾ ਕਲੱਬ। ਠੀਕ ਆ, ਇਹ ਕੋਈ ਪਰਸਨ ਦਾ ਨਾਮ ਦੱਸਿਆ ਉਹਨਾਂ ਨੇ, ਆਪਾਂ ਨੂੰ ਦੱਸਿਆ ਕਿ ਇੱਕ ਸਬ ਇਕਾ ਕਲੱਬ ਸੀਗਾ ਜਿਹਦਾ ਉਹ ਪਾਰਟ ਸੀਗਾ। ਠੀਕ ਆ,
ਤਾਂ ਉਦੋਂ ਬਾਅਦ ਕੀ ਉਹਨਾਂ ਨੇ ਕੀ ਕੀਤਾ ਸੀਗਾ, ਇੱਕ ਪ੍ਰੋਜੈਕਟ ਕੀਤਾ ਸੀਗਾ ਕੋਲਿਨ ਸੋਲੈਂਟ ਸ਼ਿਪਸ, ਠੀਕ ਆ। ਤਾਂ ਉਹ ਮਤਲਬ ਪ੍ਰੋਜੈਕਟ ਦਾ ਨੇਮ ਦਿੱਤਾ ਗਾ ਸੋਲੈਂਟ ਸ਼ਿਪ, ਠੀਕ ਆ। ਹਾਲੇ ਤਾਈਂ ਆਪਣੇ ਜਿਹੜਾ ਸਟੇਟਮੈਂਟ ਦੇ ਨਾਲ ਕੁਝ ਵੀ ਮੈਚ ਨਹੀਂ ਹੋ ਰਿਹਾ। ਵਾਈਲ ਔਨ ਪੇਪਰ ਦਿਸ ਵਾਜ਼ ਪਲਾਨ ਟੂ ਐਗਜ਼ਾਮਿਨ ਅ ਨੰਬਰ ਆਫ ਨਨ ਰਿਕਸ। ਇਹ ਜਿਹੜਾ ਮਤਲਬ ਕਿ ਪਲਾਨ ਸੀਗਾ, ਜਿਹੜਾ ਪ੍ਰੋਜੈਕਟ ਸੀਗਾ ਸੋਲੈਂਟ ਸ਼ਿਪ, ਉਹਦੇ ਵਿੱਚ ਕੀ ਸੀਗਾ, ਉਹਨਾਂ ਨੇ ਕੀ ਕੀਤਾ ਸੀਗਾ, ਕਾਹਤੋਂ ਪਲਾਨ ਕੀਤਾ ਸੀ, ਐਗਜ਼ਾਮਿਨ ਅ ਨੰਬਰ ਆਫ ਨੌਨ ਰੈਕਸ, ਠੀਕ ਆ। ਜਿਹੜੇ ਫੇਮਸ ਜਿਹੜੇ ਉਹ ਰੈਕਸ ਸੀਗੇ ਨਾ, ਉਹਨਾਂ ਨੂੰ ਉਹਨਾਂ ਨੇ ਕੀ ਕਰਨ ਲਈ ਐਗਜ਼ਾਮਿਨ ਕਰਨਾ ਚਾਹੁੰਦੇ ਸੀ, ਹੈ ਨਾ, ਇਨ ਸੋਲੈਂਟ। ਵਟ ਐਮ ਸੀ ਕਿ ਉਹ ਕੀ ਕਾਹਤੋਂ ਕਰਨਾ ਚਾਹੁੰਦੇ ਸੀ, ਰੀਅਲੀ ਹੋਪਡ ਫॉर ਵਾਸ ਟੂ ਫਾਈਂਡ ਮੈਰੀ ਰੋਜ਼, ਠੀਕ ਆ। ਹੁਣ ਦੇਖੋ ਆਪਾਂ ਨੂੰ ਉਹਨਾਂ ਨੇ ਦੱਸ ਦਿੱਤਾ ਕਿ ਇੱਕ ਜਿਹੜਾ ਪਲਾਨ ਉਹਨਾਂ ਨੇ ਇੱਕ ਜਿਹੜੀ ਪ੍ਰੋਜੈਕਟ ਬਣਾਇਆ ਸੀ, ਉਹਦਾ ਉਸ ਪ੍ਰੋਜੈਕਟ ਦਾ ਪਲਾਨ ਕੀ ਸੀਗਾ ਕਿ ਉਹ ਜਿਹੜੇ ਫੇਮਸ ਰੈਕਸ ਆ ਉਹਨਾਂ ਨੂੰ ਕੀ ਐਗਜ਼ਾਮਿਨ ਕਰਨਗੇ, ਜਾਣੀ ਮਤਲਬ ਕਿ ਉਹਨਾਂ ਦੀ ਫਾਈਂਡ ਕਰਨਗੇ ਉਹਨਾਂ 'ਚ ਕੁਛ, ਠੀਕ ਆ। ਤਾਂ ਉਹ ਕਾਹਤੋਂ ਫਾਈਂਡ ਕਰਨਾ ਚਾਹੁੰਦੇ ਸੀ, ਕਿਉਂਕਿ ਉਹਨਾਂ ਨੂੰ ਆਸ ਸੀਗੀ ਕਿ ਉਹ ਮੈਰੀ ਰੋਜ਼ ਨੂੰ ਫਾਈਂਡ ਕਰ ਲੈਣਗੇ, ਠੀਕ ਆ। ਇਹ ਆਸ ਦੇ ਕਰਕੇ ਉਹ ਮੈਰੀ ਰੋਜ਼ ਨੂੰ ਫਾਈਂਡ ਦੇ ਕਰਕੇ। ਤਾਂ ਇਹ ਤਾਂ ਦੱਸੋ ਉਹਨਾਂ ਨੇ ਕੁਛ ਵੀ ਆਪਾਂ ਨੂੰ ਕਿਹਾ ਕਿ ਵੈਲਿਊਏਬਲ ਹਿਸਟੋਰੀਕਲ ਜਿਹੜੇ ਸੀਗੇ ਉਹਨਾਂ ਵਿੱਚ, ਜਾਂ ਉਹਨਾਂ ਨੇ ਫਾਈਂਡ ਕਰਨੇ ਸੀਗੇ, ਜਾਂ ਉਹਨਾਂ ਨੂੰ ਮਿਲੇ, ਕੋਈ ਵੀ ਗੱਲ ਨਹੀਂ ਕੀਤੀ, ਹੈ ਨਾ। ਐਕੂਰੇਟ ਜਿਹੜਾ ਆਪਾਂ ਨੂੰ ਲੋਕੇਸ਼ਨ ਮਿਲ ਗਈ ਸੀਗੀ, ਬਟ ਜਿਹੜਾ ਆਪਾਂ ਨੂੰ ਇਨਫੋਰਮੇਸ਼ਨ ਸੀਗੀ ਉਹ ਨਹੀਂ ਮਿਲੀ। ਲੋਕੇਸ਼ਨ ਮਿਲ ਗਈ, ਇਨਫੋਰਮੇਸ਼ਨ ਨਹੀਂ ਮਿਲੇਗੀ, ਕਿਉਂਕਿ ਇਹ ਤਾਂ ਉਹਨਾਂ ਨੇ ਮੈਰੀ ਰੋਜ਼ ਦੀ ਜਿਹੜੀ ਫਾਈਂਡ ਕਰਨ ਲਈ ਕਹਿ ਰਹੇ ਆ, ਠੀਕ ਆ। ਅਤੇ ਇਹ 'ਤੇ ਕੋਈ ਵੀ ਆਪਾਂ ਨੂੰ ਉਹਨਾਂ ਨੇ ਜਿਹੜੀ ਹਿਸਟੋਰੀਕਲ ਮਤਲਬ ਕਿ ਗੱਲ ਨਹੀਂ ਕੀਤੀ ਹੈਗੀ ਗੀ। ਤਾਂ ਇਸ ਲਈ ਕੀ ਆਪਣਾ ਜਿਹੜਾ ਆਨਸਰ ਆ ਜਾਊਗਾ ਨਾਟ ਗਿਵਨ। ਤਾਂ ਦੇਖੋ ਇਹਦਾ ਆਪਣਾ ਲਾਸਟ ਜਿਹੜਾ ਆਨਸਰ ਆ ਜਾਊਗਾ ਨਾਟ ਗਿਵਨ। ਤਾਂ ਇਸ ਤਰੀਕੇ ਨਾਲ ਆਪਾਂ ਮਤਲਬ ਕਿ ਟਰੂ ਫਾਲਸ, ਠੀਕ ਆ, ਨਾਟ ਗਿਵਨ ਆਪਾਂ ਜਿਹੜਾ ਕਰਦੇ ਹੁੰਦੇ ਆ। ਤਾਂ ਆਈ ਹੋਪ ਜਿਹੜੇ ਅੱਜ ਦੇ ਤੁਹਾਨੂੰ ਕੁਐਸਚਨ ਚੰਗੀ ਤਰ੍ਹਾਂ ਸਮਝ ਹੋ ਗਏ ਹਨ। ਥੈਂਕਸ ਫॉर ਵਾਚਿੰਗ।